हाँ जी, स्वागत है एक बार फिर तो सारे ही ਵਿਊਵਰਸ ਦਾ ਤੁਹਾਡੇ ਆਪਣੇ YouTube ਚੈਨਲ ਦੇ ਉੱਤੇ। ਅਸੀਂ ਅੱਜ +2 ਕਲਾਸ ਦਾ ਜਿਹੜਾ ਟੌਪਿਕ ਲੈ ਕੇ ਆਏ ਗੌਰਮੈਂਟ ਬਜਟ ਐਂਡ ਦੀ ਇਕੋਨਮੀ। ਇਹ ਵੀਡੀਓ ਦਾ ਜਿਹੜਾ ਥਰਡ ਪਾਰਟ ਹੈ। ਦੋ ਪਾਰਟ ਜਿਹੜੇ ਅਸੀਂ ਇਸ ਲੈਸਨ ਦੇ ਆਲਰੇਡੀ ਡਿਸਕਸ਼ਨ ਕਰ ਚੁੱਕੇ ਹਾਂ। ਸੋ ਇਸੇ ਚੈਪਟਰ ਨੂੰ ਅੱਗੇ ਕੰਟੀਨਿਊਸ ਕਰਦੇ ਹੋਏ ਅਸੀਂ ਅੱਜ ਉਹਦੇ ਸਟਰਕਚਰ ਨੂੰ ਐਕਸਪਲੇਨ ਕਰਾਂਗੇ। ਸਟਰਕਚਰ ਦੇ ਵਿੱਚ ਅਸੀਂ ਗੌਰਮੈਂਟ ਦੇ ਬਜਟ ਦੇ ਦੋ ਪਾਰਟ ਹੈ ਜਿਹੜੇ ਉਹ ਦੱਸੇ ਸੀ। ਪਹਿਲਾਂ ਇੱਕ ਗੌਰਮੈਂਟ ਰਿਸਿਪਟ ਅਤੇ ਦੂਸਰਾ ਹੈ ਗੌਰਮੈਂਟ ਦੇ ਐਕਸਪੈਂਡੀਚਰ। ਐਕਸਪੈਂਡੀਚਰਸ ਨੇ ਜਿਹੜੇ ਤੁਸੀਂ ਫਸਟ ਔਰ ਸੈਕਿੰਡ ਵੀਡੀਓ ਦੇ ਵਿੱਚ ਦੇਖ ਸਕਦੇ ਹੋ, ਉਹਨਾਂ ਨੂੰ ਅਸੀਂ ਪਹਿਲਾਂ ਡਿਸਕਸ਼ਨ ਕਰ ਚੁੱਕੇ ਹਾਂ। ਅੱਜ ਅਸੀਂ ਗੌਰਮੈਂਟ ਦੀ ਜਿਹੜੀ ਰਿਸਿਪਟਸ ਨੇ ਜਿਨ੍ਹਾਂ ਦੀ ਸਾਰੀਆਂ ਐਂਟਰੀਆਂ ਕ੍ਰੈਡਿਟ ਦੀ ਫਾਰਮ ਦੇ ਵਿੱਚ ਹੋਣਗੀਆਂ, ਤਾਂ ਉਹਨਾਂ ਨੂੰ ਅਸੀਂ ਅੱਜ ਪੜ੍ਹਾਂਗੇ ਕਿ ਜਿਹੜੀ ਰਿਸਿਪਟਸ ਨੇ ਉਹ ਕਿੰਨੀ ਤਰੀਕੇ ਦੀ ਹੁੰਦੀ ਹੈ ਅਤੇ ਉਹਨਾਂ ਦੋਨਾਂ ਦੇ ਵਿੱਚ ਬੇਸਿਕ ਡਿਫਰੈਂਸ ਕੀ ਹੈ ਰਿਸਿਪਟਸ ਦੇ ਵਿਚਕਾਰ। ਗੌਰਮੈਂਟ ਦੀ ਰਿਸਿਪਟ ਜਿਹੜੀ ਦੋ ਟਾਈਪ ਦੀ ਹੈ, ਇੱਕ ਹੈ ਸਾਡੇ ਕੋਲ ਰੈਵਨਿਊ ਰਿਸਿਪਟ ਅਤੇ ਦੂਸਰੀ ਹੈ ਸਾਡੇ ਕੋਲ ਕੈਪੀਟਲ ਰਿਸਿਪਟ। ਰੈਵਨਿਊ ਰਿਸਿਪਟਸ ਦੇ ਨਾਲ ਗੌਰਮੈਂਟ ਦੀ ਲਾਇਬਿਲਿਟੀ ਜਾਂ ਐਸਟ ਦੇ ਉੱਤੇ ਕਿਸੇ ਪ੍ਰਕਾਰ ਦਾ ਇੰਪੈਕਟ ਨਹੀਂ ਪਏਗਾ, ਜਦਕਿ ਇਹਦੇ ਨਾਲ ਜਾਂ ਤਾਂ ਲਾਇਬਿਲਿਟੀ ਦੇ ਉੱਤੇ ਇੰਪੈਕਟ ਪਏਗਾ ਜਾਂ ਫਿਰ ਗੌਰਮੈਂਟ ਦੇ ਅਸੈਟਸ ਦੇ ਉੱਤੇ ਇੰਪੈਕਟ ਪਏਗਾ। ਲਾਇਬਿਲਿਟੀ ਫਿਊਚਰ ਕਲੇਮਸ ਹੁੰਦੇ ਨੇ ਜੋ ਪੈਸਾ ਫਿਊਚਰ ਦੇ ਵਿੱਚ ਰਿਟਰਨ ਕਰਨਾ ਹੈ, ਔਰ ਜਿਹੜੀ ਅਸੈਟਸ ਨੇ ਉਹ ਗੌਰਮੈਂਟ ਦੀ ਇੱਕ ਲੌਂਗ ਟਰਮ ਪੀਰੀਅਡ ਹੈ ਜਿਹੜੀ ਉਹਨਾਂ ਦੀ ਇਨਕਮ ਦਾ ਇੱਕ ਰਿਸੋਰਸ ਹੈ। ਸੋ ਰੈਵਨਿਊ ਰਿਸਿਪਟ ਬਾਰੇ ਸਭ ਤੋਂ ਪਹਿਲਾਂ ਅਸੀਂ ਪੜ੍ਹਦੇ ਹਾਂ ਕਿ ਰੈਵਨਿਊ ਰਿਸਿਪਟਸ ਕੀ ਨੇ। ਸੋ ਦੀਜ਼ ਆਰ ਦੀ ਦੋਜ਼ ਰਿਸਿਪਟ ਕਿ ਇਹ ਉਹ ਰਿਸਿਪਟ ਹਨ ਵਿਚ ਡੂ ਨੋਟ ਕ੍ਰੀਏਟ ਲਾਇਬਿਲਿਟੀ ਆਫ ਗੌਰਮੈਂਟ, ਜਿਹਦੇ ਨਾਲ ਗੌਰਮੈਂਟ ਦੀ ਕਿਸੇ ਪ੍ਰਕਾਰ ਦੀ ਜਿਹੜੀ ਲਾਇਬਿਲਿਟੀ ਹੈ ਉਹ ਕ੍ਰੀਏਟ ਨਹੀਂ ਹੋਏਗੀ। ਯਾਨੀ ਕਿ ਉਹ ਪੈਸਾ ਹੈ ਜੋ ਗੌਰਮੈਂਟ ਨੇ ਫਿਊਚਰ ਦੇ ਵਿੱਚ ਰਿਟਰਨ ਨਹੀਂ ਕਰਨਾ। ਔਰ ਡੂ ਨੋਟ ਰਿਡਿਊਸ ਐਸੈਟਸ, ਔਰ ਇਸ ਦੇ ਨਾਲ ਗੌਰਮੈਂਟ ਦੇ ਕਿਸੇ ਪ੍ਰਕਾਰ ਦੇ ਵੀ ਜਿਹੜੇ ਐਸੈਟਸ ਨੇ ਉਹ ਰਿਡਿਊਸ ਨਹੀਂ ਹੋਣਗੇ। ਤਾਂ ਜਿਵੇਂ ਕਿ ਅਸੀਂ ਪਹਿਲਾਂ ਹੀ ਦੱਸ ਕੇ ਹਟੇ ਸੀ ਕਿ ਜਿਹੜੀਆਂ ਰੈਵਨਿਊ ਵਾਲਾ ਪਾਰਟ ਹੈ ਉਹਦੇ ਨਾਲ ਨਾ ਤਾਂ ਲਾਇਬਿਲਿਟੀ ਦੇ ਉੱਤੇ ਇੰਪੈਕਟ ਪਏਗਾ ਔਰ ਨਾ ਹੀ ਅਸੈਟਸ ਦੇ ਉੱਤੇ ਇੰਪੈਕਟ ਪਏਗਾ। ਇਸ ਦੇ ਕੰਪੋਨੈਂਟ ਮੇਨਲੀ ਦੋ ਕੰਪੋਨੈਂਟ ਹੈ, ਇੱਕ ਟੈਕਸ ਹੈ ਅਤੇ ਦੂਸਰਾ ਨੋਨ ਟੈਕਸ। ਜੋ ਪੈਸਾ ਗੌਰਮੈਂਟ ਨੂੰ ਟੈਕਸ ਦੀ ਫਾਰਮ 'ਚ ਮਿਲਦਾ ਹੈ ਜਾਂ ਕੁਛ ਆਈਟਮਸ ਨੇ ਜਿਹੜੀਆਂ ਨੋਨ ਟੈਕਸ ਦੀਆਂ ਨੇ, ਉਹਨਾਂ ਤੋਂ ਜੋ ਵੀ ਪੈਸਾ ਗੌਰਮੈਂਟ ਨੂੰ ਮਿਲੇਗਾ ਉਹ ਪੈਸਾ ਫਿਊਚਰ ਦੇ ਵਿੱਚ ਜ਼ਰੂਰੀ ਨਹੀਂ ਹੈ ਕਿ ਗੌਰਮੈਂਟ ਨੇ ਬਰਾਬਰ ਰੇਸ਼ੋ ਦੇ ਵਿੱਚ ਰਿਟਰਨ ਕਰਨਾ ਹੈ। ਫੋਰ ਐਗਜ਼ਾਮਪਲ ਸਾਡੇ ਕੋਲ ਸਪੋਜ਼ ਕਰੋ ਕੋਈ ਪਰਸਨ ਹੈ, ਉਹ 1 ਲੱਖ ਰੁਪੀਸ ਟੈਕਸ ਹੈ ਜਿਹੜਾ ਉਹ ਐਨੂਅਲੀ ਫਿਲ ਕਰ ਰਿਹਾ, ਠੀਕ ਹੈ, ਔਰ ਇੱਕ ਪਰਸਨ ਹੈ ਜਿਹੜਾ ਉਹ 100 ਰੁਪੀਜ਼ ਹੈ ਜਿਹੜਾ ਉਹ ਟੈਕਸ ਪੇਡ ਕਰ ਰਿਹਾ। ਲੇਕਿਨ ਇਹ ਜ਼ਰੂਰੀ ਹੈ ਕਿ ਜਿਹੜਾ ਪਰਸਨ 1 ਲੱਖ ਦਾ ਟੈਕਸ ਭਰ ਰਿਹਾ ਹੈ ਤਾਂ ਗੌਰਮੈਂਟ ਉਸ ਨੂੰ ਬੈਨੀਫਿਟ ਵੀ 1 ਲੱਖ ਦੇ ਇਕੁਅਲ ਹੀ ਦੇਵੇ, ਜਾਂ ਜੋ ਪਰਸਨ 100 ਰੁਪੀਜ਼ ਦਾ ਟੈਕਸ ਦੇ ਰਿਹਾ ਤਾਂ ਉਸ ਨੂੰ ਵੀ ਬੈਨੀਫਿਟ 100 ਦੇ ਬਰਾਬਰ ਹੀ ਮਿਲੇ। ਇਹ ਸੇਮ ਰੇਸ਼ੋ ਦੇ ਵਿੱਚ ਹੋਣਾ ਜ਼ਰੂਰੀ ਨਹੀਂ ਹੈ। ਬਹੁਤ ਸਾਰੇ ਪਰਸਨ ਇਹੋ ਜਿਹੇ ਨੇ ਜਿਹੜੇ ਟੈਕਸ ਬਹੁਤ ਜ਼ਿਆਦਾ ਅਮਾਊਂਟ ਦੇ ਵਿੱਚ ਭਰਦੇ ਹੈ, ਲੇਕਿਨ ਉਹਨਾਂ ਨੂੰ ਉਸ ਦੇ ਬਰਾਬਰ ਦਾ ਬੈਨੀਫਿਟ ਦੇਵੇ ਗੌਰਮੈਂਟ, ਤਾਂ ਇਹ ਕੰਪਲਸਰੀ ਨਹੀਂ ਹੈ। ਲੇਕਿਨ ਕੁਛ ਪਰਸਨ ਦੇਖੋ ਤੁਸੀਂ ਇਹੋ ਜਿਹੇ ਵੀ ਹੋਣਗੇ ਜਿਹੜੇ ਨਾ ਦੇ ਬਰਾਬਰ ਹੀ ਟੈਕਸ ਭਰਦੇ ਹੈ, ਮਿਨੀਮਮ ਬਿਲਕੁਲ ਲੋ ਲੈਵਲ ਦਾ ਟੈਕਸ ਭਰਦੇ ਹੈ, ਲੇਕਿਨ ਉਹਨਾਂ ਨੂੰ ਬੈਨੀਫਿਟ ਫਿਰ ਵੀ ਜ਼ਿਆਦਾ ਮਿਲ ਸਕਦਾ ਹੈ। ਤਾਂ ਟੈਕਸ ਦੇ ਵਿੱਚ ਗੌਰਮੈਂਟ ਦੀ ਲਾਇਬਿਲਿਟੀ ਦਾ ਸੇਮ ਪ੍ਰਪੋਰਸ਼ਨ ਦੇ ਵਿੱਚ ਹੋਣਾ ਜ਼ਰੂਰੀ ਨਹੀਂ ਹੈ। ਤਾਂ ਇਹ ਸੀ ਕਿ ਜਿਹੜਾ ਰੈਵਨਿਊ ਰਿਸਿਪਟ ਦੇ ਵਿੱਚ ਟੈਕਸ ਹੈ, ਟੈਕਸ ਦੇ ਵਿੱਚ ਬੈਨੀਫਿਟ ਔਰ ਟੈਕਸ ਦੀ ਅਮਾਊਂਟ ਦਾ ਸੇਮ ਹੋਣਾ ਜ਼ਰੂਰੀ ਨਹੀਂ ਹੈ। ਹੁਣ ਇਸ ਤੋਂ ਇਲਾਵਾ ਅਗਰ ਨੋਨ ਟੈਕਸ ਆਈਟਮਸ ਦਾ ਦੇਖਿਆ ਜਾਵੇ ਤਾਂ ਨੋਨ ਟੈਕਸ ਦੇ ਵਿੱਚ ਐਗਜ਼ਾਮਪਲ ਹੈ ਸਾਡੇ ਕੋਲ ਫੀਸ, ਫਾਈਨ, ਐਸਚੀਟ। ਗੌਰਮੈਂਟ ਬਹੁਤ ਤਰ੍ਹਾਂ ਦੀ ਜਿਹੜੀ ਫੀਸ ਹੈ ਉਹ ਸਾਡੇ ਤੋਂ ਚਾਰਜ ਕਰਦੀ ਹੈ। ਕਿਸੇ ਪ੍ਰਕਾਰ ਦਾ ਵੀ ਅਸੀਂ ਲਾਇਸੈਂਸ ਹੈ ਜਿਹੜਾ ਬਣਵਾਉਣਾ ਹੈ। ਇਸ ਤੋਂ ਇਲਾਵਾ ਗੌਰਮੈਂਟ ਸੈਕਟਰ ਦੇ ਜਿੰਨੇ ਇੰਸਟੀਟਿਊਸ਼ਨ ਨੇ ਉਹਨਾਂ ਦੇ ਵਿੱਚ ਕਿਸੇ ਪ੍ਰਕਾਰ ਦੇ ਵੀ ਅਸੀਂ ਕਾਗਜ਼ ਬਣਵਾਉਣੇ ਹੈ, ਠੀਕ ਹੈ, ਤਾਂ ਉਹਨਾਂ ਦੀ ਇੱਕ ਨੋਰਮਲ ਫੀਸ ਹੈ ਜਿਹੜੀ ਉਹ ਲਈ ਜਾਂਦੀ ਹੈ, ਚਾਹੇ ਉਹਦੇ 'ਚ ਤੁਹਾਡਾ ਆਧਾਰ ਕਾਰਡ ਹੈ, ਚਾਹੇ ਉਹਦੇ 'ਚ ਤੁਹਾਡਾ ਪੈਨ ਕਾਰਡ ਹੈ। ਤਾਂ ਇਹਨਾਂ ਦੀ ਜਿਹੜੀ ਲੀਗਲ ਫੀਸ ਹੈ ਜਿਹੜੀ ਉਹ ਅਸੀਂ ਪੇਡ ਕਰਦੇ ਹਾਂ। ਫਾਈਨਸ ਲੱਗਦੇ ਨੇ, ਜੁਰਮਾਨੇ ਲੱਗਦੇ ਨੇ ਸਾਨੂੰ, ਕਈ ਤਰ੍ਹਾਂ ਦੇ ਪੈਨਲਟੀਜ਼ ਲੱਗਦੀਆਂ ਨੇ, ਠੀਕ ਹੈ। ਸੋ ਇਸ ਤੋਂ ਇਲਾਵਾ ਐਸਚੀਟ ਹੈ। ਐਸਚੀਟ ਦਾ ਮਤਲਬ ਉਹ ਪ੍ਰੋਪਰਟੀ ਜਿਹਦਾ ਕੋਈ ਲੀਗਲ ਹਾਇਰ ਨਹੀਂ ਹੈ ਤਾਂ ਉਸ ਨੂੰ ਗੌਰਮੈਂਟ ਆਪਣੇ ਅੰਡਰ ਲੈ ਲਏਗੀ। ਇਹਨਾਂ ਪੁਆਇੰਟਸ ਬਾਰੇ ਆਪਾਂ ਡਿਟੇਲ ਦੇ ਵਿੱਚ ਅੱਗੇ ਵੀ ਡਿਸਕਸ਼ਨਸ ਕਰਾਂਗੇ। ਸੋ ਇਹਦੇ ਕੰਪੋਨੈਂਟ ਬੇਸਿਕਲੀ ਦੋ ਟਾਈਪ ਦੇ ਹੈ, ਇੱਕ ਟੈਕਸ ਅਤੇ ਇੱਕ ਨੋਨ ਟੈਕਸ, ਜਿਨ੍ਹਾਂ ਤੋਂ ਗੌਰਮੈਂਟ ਨੂੰ ਇਨਕਮ ਹੁੰਦੀ ਹੈ। ਔਰ ਮੈਂ ਫਿਰ ਰਿਪੀਟ ਕਰ ਦਿੰਦਾ ਕਿ ਇਹਦੇ ਵਿੱਚ ਜਿੰਨਾ ਬੈਨੀਫਿਟ ਗੌਰਮੈਂਟ ਜਾਂ ਜਿੰਨੇ ਟੈਕਸ ਗੌਰਮੈਂਟ ਲਏਗੀ ਤਾਂ ਉਸ ਰੇਸ਼ੋ ਦੇ ਵਿੱਚ ਬੈਨੀਫਿਟ ਮਿਲਣਾ ਇਹ ਗੌਰਮੈਂਟ ਵਾਸਤੇ ਜਾਂ ਆਮ ਨਾਗਰਿਕਾਂ ਵਾਸਤੇ ਕੰਪਲਸਰੀ ਨਹੀਂ ਹੈ ਕਿ ਜਿੰਨਾ ਤੁਸੀਂ ਟੈਕਸ ਪੇਡ ਕਰ ਰਹੇ ਹੋ ਗੌਰਮੈਂਟ ਤੁਹਾਨੂੰ ਉਹਦੇ ਇਕੁਅਲ ਰੇਸ਼ੋ ਦੇ ਵਿੱਚ ਕੀ ਦੇਵੇ, ਬੈਨੀਫਿਟ ਦੇਵੇ। ਇਸ ਤੋਂ ਬਾਅਦ ਅਸੀਂ ਇਹਦੀ ਫੀਚਰਸ ਦੇ ਬਾਰੇ ਪੜ੍ਹਦੇ ਹਾਂ।
ਸਭ ਤੋਂ ਪਹਿਲੀ ਫੀਚਰ ਹੈ ਕਿ ਡੂ ਨੋਟ ਕ੍ਰੀਏਟ ਦੀ ਲਾਇਬਿਲਿਟੀ, ਜਿਵੇਂ ਕਿ ਡੈਫੀਨੇਸ਼ਨ 'ਚ ਪੜ੍ਹੇ ਸੀ ਕਿ ਰੈਵਨਿਊ ਰਿਸਿਪਟਸ ਉਹ ਰਿਸਿਪਟਸ ਨੇ ਜਿਹਦੇ ਵਿੱਚ ਗੌਰਮੈਂਟ ਦੀ ਕਿਸੇ ਪ੍ਰਕਾਰ ਦੀ ਜਿਹੜੀ ਲਾਇਬਿਲਿਟੀ ਹੈ ਉਹ ਕ੍ਰੀਏਟ ਨਹੀਂ ਹੁੰਦੀ। ਡੂ ਨੋਟ ਰਿਡਿਊਸ ਦੀ ਐਸੈਟਸ, ਅਤੇ ਨਾ ਹੀ ਗੌਰਮੈਂਟ ਦੇ ਕਿਸੇ ਪ੍ਰਕਾਰ ਦੇ ਜਿਹੜੇ ਐਸੈਟਸ ਨੇ ਉਹ ਰਿਡਿਊਸ ਹੋਣਗੇ। ਉਸ ਤੋਂ ਬਾਅਦ ਥਰਡ ਪੁਆਇੰਟ ਹੈ ਇਟਸ ਨੇਚਰ ਇਜ਼ ਰਿਕਿਓਰਿੰਗ। ਇਹਦਾ ਨੇਚਰ ਰਿਕਿਓਰਿੰਗ ਹੈ। ਰਿਕਿਓਰਿੰਗ ਦਾ ਮਤਲਬ ਹੁੰਦਾ ਜੋ ਆਈਟਮ ਵਾਰ-ਵਾਰ ਡੇ ਟੂ ਡੇ ਓਪਰੇਸ਼ਨਲ ਐਕਟੀਵਿਟੀਜ਼ ਦੇ ਵਿੱਚ ਰਿਪੀਟ ਹੋਣ। ਜਿਵੇਂ ਕਿ ਕੈਪੀਟਲ ਵਾਲੀ ਐਂਟਰੀਆਂ ਨੇ, ਕੈਪੀਟਲ ਵਾਲੀ ਐਂਟਰੀ ਕੀ ਹੋਏਗੀ, ਇੱਕ ਵਾਰ ਅਸੀਂ ਐਂਟਰੀ ਕਰਤੀ ਕਿਸੇ ਪ੍ਰਕਾਰ ਦੀ ਵੀ ਗੌਰਮੈਂਟ ਨੇ ਖਰਚਾ ਕਰਤਾ ਜਾਂ ਰਿਸਿਪਟ ਕਰਤੀ ਤਾਂ ਉਸ ਦਾ ਲੌਂਗ ਟਰਮ ਪੀਰੀਅਡ ਦੇ ਵਿੱਚ ਬੈਨੀਫਿਟ ਮਿਲੇਗਾ। ਲੇਕਿਨ ਇਹਦੇ ਵਿੱਚ ਜਿਹੜਾ ਬੈਨੀਫਿਟ ਹੈ, ਇੱਕ ਤਾਂ ਇਹਦਾ ਬੈਨੀਫਿਟ ਜਿਹੜਾ ਸ਼ਾਰਟ ਟਰਮ ਪੀਰੀਅਡ ਦੇ ਵਿੱਚ ਹੀ ਹੋਏਗਾ, ਜਿਵੇਂ ਕਿ ਲਾਸਟ ਵਾਲੇ ਪੁਆਇੰਟ ਦੇ ਵਿੱਚ ਵੀ ਆਪਾਂ ਐਕਸਪਲੇਨ ਕਰਾਂਗੇ। ਸੋ ਰੀਅਕਰਿੰਗ ਦਾ ਬੇਸਿਕ ਮੀਨਿੰਗ ਇਹ ਹੁੰਦਾ ਕਿ ਇਹ ਆਈਟਮਸ ਡੇ ਟੂ ਡੇ ਐਕਸ਼ਨਸ ਦੇ ਨਾਲ ਰਿਪੀਟ ਹੁੰਦੀਆਂ ਨੇ। ਜਿਵੇਂ ਤੁਸੀਂ ਕੋਈ ਵੀ ਸਮਾਨ ਮਾਰਕੀਟ 'ਚੋਂ ਪਰਚੇਸ ਕਰੋਗੇ ਤਾਂ ਉਹਦੇ ਨਾਲ ਗੌਰਮੈਂਟ ਨੂੰ ਜਿਹੜਾ ਟੈਕਸ ਹੈ ਉਹ ਨਾਲ ਦੀ ਨਾਲ ਮਿਲਦਾ ਰਹੇਗਾ, ਅਤੇ ਇਹ ਡੇਲੀ ਆਈਟਮਸ ਨੇ ਜਿਹੜੀਆਂ ਰਿਪੀਟ ਹੁੰਦੀਆਂ ਨੇ। ਇਹ ਨਹੀਂ ਕਿ ਸਾਲ ਦੇ ਵਿੱਚ ਸਿਰਫ ਕੋਈ ਪਰਸਨ ਇੱਕ ਵਾਰ ਹੀ ਟੈਕਸ ਭਰੇਗਾ। ਜਿੰਨੀ ਵਾਰ ਵੀ ਤੁਸੀਂ ਸਮਾਨ ਪਰਚੇਸ ਕਰੋਗੇ ਉਨੀ ਵਾਰ ਹੀ ਤੁਹਾਨੂੰ ਟੈਕਸ ਹੈ ਜਿਹੜਾ ਉਹ ਭਰਨਾ ਪਏਗਾ, ਔਰ ਇਹ ਆਈਟਮਸ ਵਾਰ-ਵਾਰ ਤੁਹਾਡੀ ਐਕਟੀਵਿਟੀਜ਼ ਦੇ ਨਾਲ ਗੌਰਮੈਂਟ ਦੇ ਅਕਾਊਂਟਸ ਦੇ ਵਿੱਚ ਐਂਟਰੀਆਂ ਕਰਨਗੀਆਂ, ਔਰ ਇਹ ਵਾਰ-ਵਾਰ ਰਿਪੀਟ ਹੋਏਗੀ। ਇਸ ਤੋਂ ਬਾਅਦ ਫੋਰਥ ਪੁਆਇੰਟ ਹੈ ਇਟ ਡਾਇਰੈਕਟਲੀ ਇੰਪੈਕਟ ਦੀ ਲੋਸ ਔਰ ਗੇਨ ਆਫ ਬਿਜ਼ਨਸ, ਕਿ ਜਿਹੜੀਆਂ ਰੈਵਨਿਊ ਰਿਸਿਪਟਸ ਵਾਲੀ ਆਈਟਮਸ ਨੇ ਇਹ ਤੁਹਾਡੇ ਬਿਜ਼ਨਸ ਦੇ ਲੋਸ ਜਾਂ ਗੇਨ ਨੂੰ ਡਾਇਰੈਕਟਲੀ ਇੰਪੈਕਟ ਕਰਦੀਆਂ ਨੇ। ਕਿਸ ਤਰ੍ਹਾਂ ਕਰਦੀਆਂ ਨੇ? ਸਪੋਜ਼ ਕਰੋ ਕਿ ਗੌਰਮੈਂਟ ਨੇ ਕਾਰਪੋਰੇਸ਼ਨ ਟੈਕਸ ਹੈ ਜਿਹੜਾ ਇਨਕਰੀਜ਼ ਕਰਤਾ, ਕਿ ਜਿਹੜਾ ਟੈਕਸ ਉਹ ਵਧਾਇਆ ਜਾਏਗਾ, ਜਾਂ ਇਨਕਮ ਟੈਕਸ ਹੈ ਜਿਹੜਾ ਉਹ ਵਧਾਇਆ ਜਾਏਗਾ। ਤਾਂ ਜਿਵੇਂ ਹੀ ਗੌਰਮੈਂਟ ਟੈਕਸ ਵਧਾਏਗੀ ਤਾਂ ਟੈਕਸ ਵਧਣ ਦੇ ਨਾਲ ਜਿਹੜਾ MRP ਹੈ ਉਹ ਇਨਕਰੀਜ਼ ਹੋ ਜਾਏਗਾ, ਕਿਉਂਕਿ ਜਿੰਨਾ ਟੈਕਸ ਜ਼ਿਆਦਾ ਹੋਏਗਾ ਉਨਾ ਹੀ MRP ਵੀ ਕੀ ਹੋਏਗਾ, ਜ਼ਿਆਦਾ ਹੋਏਗਾ। ਤਾਂ MRP ਜ਼ਿਆਦਾ ਹੋਣ ਦੇ ਨਾਲ ਜਿਹੜਾ ਆਮ ਕਸਟਮਰ ਹੈ ਉਸ ਨੂੰ ਤਾਂ ਪ੍ਰੋਬਲਮ ਆਏਗੀ, ਕਿਉਂਕਿ MRP ਵਧਣ ਦੇ ਨਾਲ ਜਿਹੜੀ ਇਨਫਲੇਸ਼ਨ ਹੈ ਉਹ ਕ੍ਰੀਏਟ ਹੋ ਜਾਂਦੀ ਹੈ। ਔਰ ਬਿਜ਼ਨਸਮੈਨ ਦੇ ਵੀ ਕੀ ਹੁੰਦਾ ਕਿ ਬਿਜ਼ਨਸਮੈਨ ਦੀ ਜਿਹੜੀ ਕੋਸਟ ਆਫ ਪ੍ਰੋਡਕਸ਼ਨ ਹੈ ਕਿਸੇ ਵੀ ਚੀਜ਼ ਨੂੰ ਤਿਆਰ ਕਰਨ ਦੀ ਜਿਹੜੀ ਕੋਸਟ ਆਫ ਪ੍ਰੋਡਕਸ਼ਨ ਹੈ, ਤਾਂ ਇਹ ਕੋਸਟ ਆਫ ਪ੍ਰੋਡਕਸ਼ਨ ਵੀ ਇਨਕਰੀਜ਼ ਹੋ ਜਾਂਦੀ ਹੈ। ਜਿਵੇਂ ਹੀ ਕੋਸਟ ਆਫ ਪ੍ਰੋਡਕਸ਼ਨ ਇਨਕਰੀਜ਼ ਹੋਏਗੀ, ਇੱਕ ਕੋਆਪਰੇਟਿਵ ਫਰਮ ਦੇ ਉੱਤੇ ਟੈਕਸ ਜ਼ਿਆਦਾ ਲੱਗੇਗਾ ਤਾਂ ਉਸ ਦੀ ਕੋਸਟ ਆਫ ਪ੍ਰੋਡਕਸ਼ਨ ਨਾਰਮਲ ਗੱਲ ਹੈ ਕਿ ਇਨਕਰੀਜ਼ ਹੋਏਗੀ, ਔਰ ਜਿੰਨੀ ਕੋਸਟ ਆਫ ਪ੍ਰੋਡਕਸ਼ਨ ਜ਼ਿਆਦਾ ਹੋਏਗੀ ਓਨੇ ਹੀ ਕੰਪਨੀ ਦੇ ਜਿਹੜੇ ਬੈਨੀਫਿਟਸ ਨੇ ਉਹ ਘਟ ਜਾਂਦੇ ਆ, ਯਾਨੀ ਕਿ ਉਹਨਾਂ ਨੂੰ ਲੋਸ ਹੋਣਾ ਸ਼ੁਰੂ ਹੋ ਜਾਂਦਾ ਹੈ। ਔਰ ਜੇਕਰ ਗੌਰਮੈਂਟ ਰੈਵਨਿਊ ਦੇ ਵਿੱਚ ਟੈਕਸ ਨੂੰ ਡੀਕਰੀਜ਼ ਕਰਦੇ, ਅਗਰ ਟੈਕਸ ਘੱਟ ਕਰਤੇ ਤਾਂ ਇਹਦਾ ਮਤਲਬ ਕੋਆਪਰੇਟਿਵ ਜਿਹੜੇ ਐਂਟਰਪ੍ਰਾਈਜ਼ਸ ਨੇ ਉਹਨਾਂ ਦੇ ਜਿਹੜੇ ਬੈਨੀਫਿਟਸ ਨੇ ਜਾਂ ਉਹਨਾਂ ਦੇ ਜਿਹੜੇ ਗੇਨਸ ਨੇ ਉਹ ਇਨਕਰੀਜ਼ ਹੋਣੇ ਸ਼ੁਰੂ ਹੋ ਜਾਂਦੇ ਆ। ਇਸ ਤੋਂ ਬਾਅਦ ਲਾਸਟ ਪੁਆਇੰਟ ਹੈ ਕਿ ਜਿਹੜੀ ਬੈਨੀਫਿਟ ਫਰੋਮ ਦੀ ਰੈਵਨਿਊ ਰਿਸਿਪਟਸ ਕੈਨ ਬੀ ਟੇਕਨ ਫੋਰ ਏ ਸ਼ਾਰਟ ਟਰਮ ਪੀਰੀਅਡ। ਤਾਂ ਦੋਨਾਂ ਦੇ ਵਿੱਚ ਬੇਸਿਕ ਡਿਫਰੈਂਸ ਇਹ ਵੀ ਹੈ ਕਿ ਜਿਹੜੇ ਕੈਪੀਟਲ ਰਿਸਿਪਟਸ ਅਤੇ ਰੈਵਨਿਊ ਰਿਸਿਪਟ ਦੇ ਵਿੱਚ ਜਿਹੜੇ ਇਹਨਾਂ ਦੇ ਬੈਨੀਫਿਟ ਨੇ ਸਿਰਫ ਸ਼ਾਰਟ ਟਰਮ ਵਾਸਤੇ ਹੁੰਦੇ ਆ, ਜਦਕਿ ਕੈਪੀਟਲ ਰਿਸਿਪਟ ਦੇ ਜਿਹੜੇ ਬੈਨੀਫਿਟਸ ਨੇ ਇਹਨਾਂ ਦੇ ਜਿਹੜੇ ਬੈਨੀਫਿਟਸ ਨੇ ਉਹ ਲੌਂਗ ਟਰਮ ਵਾਸਤੇ ਹੁੰਦੇ ਆ। ਇਹ ਆਲਰੇਡੀ ਆਪਾਂ ਨੇ ਐਕਸਪੈਂਡੀਚਰ ਵਾਲੇ 'ਚ ਵੀ ਦੱਸਿਆ ਸੀ ਕਿ ਜਿਹੜੀਆਂ ਵੀ ਐਂਟਰੀਆਂ ਕੈਪੀਟਲ ਅਕਾਊਂਟਸ ਦੀਆਂ ਹੋਣਗੀਆਂ, ਚਾਹੇ ਉਹ ਐਕਸਪੈਂਡੀਚਰ ਹੋਵੇ ਅਤੇ ਚਾਹੇ ਉਹ ਰਿਸਿਪਟ ਹੋਵੇ, ਉਹਨਾਂ ਦਾ ਜਿਹੜਾ ਰਿਲੇਸ਼ਨ ਹੈ ਉਹ ਲੌਂਗ ਟਰਮ ਪੀਰੀਅਡ ਦੇ ਨਾਲ ਹੈ। ਜਦਕਿ ਰੈਵਨਿਊ ਚਾਹੇ ਉਹ ਐਕਸਪੈਂਡੀਚਰ ਹੈ ਅਤੇ ਚਾਹੇ ਉਹ ਰਿਸਿਪਟ ਹੈ, ਇਹਨਾਂ ਦਾ ਬੈਨੀਫਿਟ ਹੈ ਜਿਹੜਾ ਸ਼ਾਰਟ ਟਰਮ ਪੀਰੀਅਡ ਵਾਸਤੇ ਹੀ ਹੁੰਦਾ। ਸ਼ਾਰਟ ਟਰਮ ਪੀਰੀਅਡ ਦਾ ਮਤਲਬ ਕਿ ਜਿਸ ਸਾਲ ਦੇ ਵਿੱਚ ਉਹਨਾਂ ਨੇ ਟੈਕਸ ਰਿਸੀਵ ਕੀਤਾ ਹੈ ਸਿਰਫ ਉਹਦਾ ਬੈਨੀਫਿਟ 1 ਈਅਰ ਜਾਂ ਅਕਾਊਂਟਿੰਗ ਈਅਰ ਦੇ ਵਿੱਚ ਹੀ ਲਿਆ ਜਾਂਦਾ ਹੈ। ਇਸ ਨੂੰ ਇਨ ਫਿਊਚਰ ਜਾਂ ਨੈਕਸਟ ਈਅਰ ਦੇ ਵਿੱਚ ਇਹਨਾਂ ਦਾ ਬੈਨੀਫਿਟ ਹੈ ਜਿਹੜਾ ਉਹ ਨਹੀਂ ਹੁੰਦਾ। ਜਦਕਿ ਕੈਪੀਟਲ ਜਿਹੜੀ ਰਿਸਿਪਟਸ ਨੇ ਇਹਨਾਂ ਦਾ ਬੈਨੀਫਿਟ ਹੈ ਜਿਹੜਾ ਲੌਂਗ ਟਰਮ ਪੀਰੀਅਡ ਦੇ ਵਿੱਚ ਪ੍ਰੀਵੇਲ ਕਰਦਾ ਹੈ। ਸੋ ਇਹ ਦੋਨਾਂ ਦੇ ਵਿੱਚ ਬੇਸਿਕ ਡਿਫਰੈਂਸ ਹੈ। ਜੇ ਇਸੇ ਨੂੰ ਕੈਪੀਟਲ ਰਿਸਿਪਟ ਵਾਲੇ ਪੁਆਇੰਟ ਨੂੰ ਪੜ੍ਹੀਏ ਤਾਂ ਕੈਪੀਟਲ ਰਿਸਿਪਟ ਵਾਲੇ ਦੇ ਵਿੱਚ ਜਿੱਥੇ ਆਪਾਂ ਨੇ ਵਰਡ ਲਿਖਿਆ ਕਿ ਡੂ ਨੋਟ ਕ੍ਰੀਏਟ ਦੀ ਲਾਇਬਿਲਿਟੀ, ਤਾਂ ਇਹਦੀ ਜਗ੍ਹਾ 'ਤੇ ਵਰਡ ਕੀ ਆ ਜਾਏਗਾ ਕਿ ਇਹਦੇ ਨਾਲ ਲਾਇਬਿਲਿਟੀਜ਼ ਨੇ ਜਿਹੜੀਆਂ ਉਹ ਕ੍ਰੀਏਟ ਹੋਣਗੀਆਂ, ਯਾਨੀ ਕਿ ਤੁਸੀਂ ਡੂ ਨੋਟ ਜਿਹੜਾ ਵਰਡ ਇਸ 'ਚੋਂ ਕੱਟ ਦੋਗੇ। ਔਰ ਇਹਦੇ ਵਿੱਚ ਜਿਹੜਾ ਲਿਖਿਆ ਸੀ ਕਿ ਡੂ ਨੋਟ ਰਿਡਿਊਸ ਦੀ ਅਸੈਟਸ, ਕਿ ਇਹਦੇ ਨਾਲ ਅਸੈਟਸ ਦੇ ਉੱਤੇ ਕੋਈ ਇੰਪੈਕਟ ਨਹੀਂ ਪੈਂਦਾ, ਤਾਂ ਅਸੀਂ ਇਹਦੇ ਵਿੱਚੋਂ ਡੂ ਨੋਟ ਵਾਲਾ ਵਰਡ ਕੱਟ ਦਾਂਗੇ ਤਾਂ ਉਹ ਕਿਹੜਾ ਅਕਾਊਂਟ ਬਣ ਜਾਏਗਾ, ਕੈਪੀਟਲ ਰਿਸਿਪਟ ਵਾਲਾ ਪਾਰਟ। ਕਿ ਜਿਹੜਾ ਕੈਪੀਟਲ ਰਿਸਿਪਟ ਹੈ ਉਹਦੇ ਨਾਲ ਤੁਹਾਡੀਆਂ ਲਾਇਬਿਲਿਟੀਆਂ ਵੀ ਕ੍ਰੀਏਟ ਹੋ ਸਕਦੀਆਂ ਨੇ ਜਾਂ ਫਿਰ ਗੌਰਮੈਂਟ ਦੇ ਜਿਹੜੇ ਐਸੈਟਸ ਨੇ ਉਹ ਰਿਡਿਊਸ ਹੋ ਸਕਦੇ ਆ। ਤਾਂ ਇਹ ਦੋਨੋਂ ਡੂ ਨੋਟ ਵਾਲੇ ਜਿਹੜੇ ਵਰਡਸ ਨੇ ਉਹ ਇਹਦੇ ਵਿੱਚੋਂ ਕੀ ਕਰ ਦਾਂਗੇ, ਅਸੀਂ ਕੱਟ ਦਾਂਗੇ। ਤਾਂ ਇਹੀ ਜਿਹੜਾ ਪਾਰਟ ਕੀ ਬਣ ਜਾਏਗਾ, ਰੈਵਨਿਊ ਰਿਸਿਪਟ। ਅਸੀਂ ਇੱਥੇ ਲਿਖਿਆ ਸੀ ਕਿ ਡੂ ਨੋਟ ਕ੍ਰੀਏਟ ਦੀ ਲਾਇਬਿਲਿਟੀ, ਪਰ ਜੇ ਅਸੀਂ ਕੈਪੀਟਲ ਦੇ ਹਿਸਾਬ ਨਾਲ ਦੇਖਿਆ ਤਾਂ ਇਹਦੇ ਨਾਲ ਲਾਇਬਿਲਿਟੀ ਕ੍ਰੀਏਟ ਹੋਣਗੀਆਂ, ਠੀਕ ਹੈ। ਔਰ ਡੂ ਨੋਟ ਰਿਡਿਊਸ ਦੀ ਅਸੈਟਸ, ਤਾਂ ਇਹਦੇ ਨਾਲ ਜਿਹੜੇ ਅਸੈਟਸ ਨੇ ਉਹ ਵੀ ਕੀ ਹੋ ਸਕਦੇ ਆ, ਰਿਡਿਊਸ ਹੋ ਸਕਦੇ ਆ।
ਤਾਂ ਜੇ ਅਸੀਂ ਕੈਪੀਟਲ ਵਾਲਾ ਅਕਾਊਂਟ ਲੈਣਾ ਤਾਂ ਇਹ ਦੋਨੋਂ ਵਰਡ ਡੂ ਨੋਟ ਨੇ ਜਿਹੜੇ ਉਹ ਕੱਟ ਦਾਂਗੇ। ਰੈਵਨਿਊ ਵਾਲੇ ਦਾ ਜਿਹੜਾ ਨੇਚਰ ਹੈ ਰਿਕਿਉਰਿੰਗ ਹੈ, ਜਦ ਕਿ ਇਹਦਾ ਨੇਚਰ ਕੀ ਹੋ ਜਾਏਗਾ ਨੋਨ ਰਿਕਿਉਰਿੰਗ। ਜਦੋਂ ਆਪਾਂ ਇਹਦੇ ਕੰਪੋਨੈਂਟਸ ਪੜ੍ਹਾਂਗੇ ਡਿਟੇਲ ਦੇ ਵਿੱਚ ਤਾਂ ਉਹਦੇ ਵਿੱਚ ਹੋਰ ਜ਼ਿਆਦਾ ਕਲੀਅਰ ਹੋ ਜਾਏਗਾ। ਇਹਦੇ ਵਿੱਚ ਲਿਖਿਆ ਸੀ ਕਿ ਇਟ ਡਾਇਰੈਕਟਲੀ ਇੰਪੈਕਟ ਦੀ ਲਾਸ ਔਰ ਗੇਨ ਆਫ ਦੀ ਬਿਜ਼ਨਸ, ਤਾਂ ਇਹ ਡਾਇਰੈਕਟਲੀ ਬਿਜ਼ਨਸ ਦੇ ਲਾਸ ਜਾਂ ਗੇਨ ਨੂੰ ਇੰਪੈਕਟ ਨਹੀਂ ਕਰਦੇ, ਇਨ ਫਿਊਚਰ ਇੰਪੈਕਟ ਪੈ ਸਕਦਾ ਹੈ। ਇਹਨਾਂ ਦਾ ਬੈਨੀਫਿਟ ਸੀ ਜਿਹੜਾ ਰੈਵਨਿਊ ਵਾਲੇ ਦਾ ਸ਼ਾਰਟ ਟਰਮ ਸੀ, ਜੇਕਰ ਅਸੀਂ ਕੈਪੀਟਲ ਵਾਲੇ ਦੀ ਗੱਲ ਕਰੀਏ ਤਾਂ ਇਹਦਾ ਜਿਹੜਾ ਬੈਨੀਫਿਟ ਹੈ ਉਹ ਲੌਂਗ ਟਰਮ ਪੀਰੀਅਡ ਦੇ ਲਈ ਹੋ ਸਕਦਾ ਹੈ। ਤਾਂ ਇਹੀ ਸਾਰੇ ਪੁਆਇੰਟ ਨੇ ਜਿਹੜੇ ਆਪਾਂ ਰਿਵਰਸ ਕਰ ਦਾਂਗੇ, ਤਾਂ ਇਹਦੇ ਨਾਲ ਤੁਹਾਨੂੰ ਕੈਪੀਟਲ ਰਿਸਿਪਟ ਔਰ ਰੈਵਨਿਊ ਰਿਸਿਪਟ ਦੋਨਾਂ ਦਾ ਜਿਹੜਾ ਡਿਫਰੈਂਸ ਹੈ ਉਹ ਕਲੀਅਰ ਹੋ ਜਾਏਗਾ। ਤਾਂ ਇਸ ਤੋਂ ਨੈਕਸਟ ਵੀਡੀਓ ਦੇ ਵਿੱਚ ਅਸੀਂ ਇਹਨਾਂ ਦੀ ਜਿਹੜੀ ਐਂਟਰੀਜ਼ ਨੇ ਜਾਂ ਜਿਹੜੇ ਇਹਨਾਂ ਦੇ ਕੰਪੋਨੈਂਟਸ ਨੇ ਉਹਨਾਂ ਨੂੰ ਡਿਟੇਲ ਦੇ ਵਿੱਚ ਡਿਸਕਸ਼ਨ ਕਰਾਂਗੇ। ਸੋ ਥੈਂਕ ਯੂ ਟੂ ਵਾਚ।